2 ਜੂਨ 1984 ਨੂੰ ਜਿਸ ਤਰ੍ਹਾਂ ਕਿ ਪਿਛਲੇ ਹਿੱਸੇ ਦੇ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਕਈ ਤਰ੍ਹਾਂ ਦੀਆਂ ਕੂਟਨੀਤਿਕ ਘਟਨਾਵਾਂ ਵਾਪਰ ਚੁੱਕੀਆਂ ਸਨ। ਅਕਾਲੀ ਲੀਡਰਸ਼ਿਪ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਇੰਦਰਾ ਗਾਂਧੀ ਦੇ ਨਾਮ ਇੱਕ ਚਿੱਠੀ ਲਿਖੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਅਕਾਲੀ ਦਲ ਦਾ ਨਾਮ ਮਿਲਵਰਤਨ ਅੰਦੋਲਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੱਦ ਨਹੀਂ ਕੀਤਾ ਜਾਵੇਗਾ। ਦੂਸਰੇ ਬੰਨੇ ਧਰਮਯੁੱਧ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਨੇ ਪ੍ਰੈਸ ਰਿਪੋਰਟਰਾਂ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਹੜੀਆਂ 1 ਜੂਨ ਨੂੰ ਹਰਮੰਦਰ ਸਾਹਿਬ ਔਰ ਪਰਿਕਰਮਾ ਦੇ ਵਿੱਚ ਗੋਲੀਆਂ ਲੱਗੀਆਂ ਹਨ, ਉਹਨਾਂ ਦੇ ਨਿਸ਼ਾਨ ਸੰਭਾਲ ਕੇ ਰੱਖੇ ਜਾਣਗੇ, ਕਿਉਂਕਿ ਇਹ ਹਿੰਦ ਸਰਕਾਰ ਦੇ ਵੱਲੋਂ ਸਿੱਖਾਂ ਦੇ ਉੱਪਰ ਕੀਤੇ ਗਏ ਹਮਲੇ ਦੇ ਅਹਿਮ ਨਿਸ਼ਾਨ ਨੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਪੱਤਰਕਾਰਾਂ ਦੇ ਨਾਲ ਆਪਣੀ ਮਿਲਣੀ ਦੇ ਵਿੱਚ ਬੜਾ ਸਪਸ਼ਟ ਕਰ ਦਿੱਤਾ ਕਿ ਸਰਕਾਰ ਦੇ ਵੱਲੋਂ ਹਮਲਾ ਕੀਤਾ ਜਾਵੇਗਾ ਤੇ ਅਸੀਂ ਇੱਥੇ ਜੂਝ ਕੇ ਸ਼ਹਾਦਤਾਂ ਪ੍ਰਾਪਤ ਕਰਾਂਗੇ। ਸੋ 2 ਜੂਨ ਨੂੰ ਇਹ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਸੀ। ਬੇਸ਼ੱਕ ਕਿ 2 ਜੂਨ ਨੂੰ ਕੋਈ ਜ਼ਿਆਦਾ ਗੋਲਾਬਾਰੀ ਨਹੀਂ ਹੋਈ, ਪਰ ਫਿਰ ਵੀ CRPF ਤੇ BSF ਦੀਆਂ ਚੌਂਕੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸਰਗਰਮੀ ਵਿਖਾਈ ਦਿੱਤੀ ਜਾਂਦੀ ਰਹੀ। ਉਹ ਇਹ ਸੀ ਕਿ ਪੰਜਾਬ ਦੇ ਵਿੱਚ ਪਹੁੰਚ ਚੁੱਕੀ ਫੌਜ ਦੇ ਵੱਲੋਂ ਮੋਰਚਿਆਂ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਸੀ। ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਪਰ ਜਿਹੜੇ CRPF ਤੇ BSF ਦੇ ਵੱਲੋਂ ਮੋਰਚੇ ਬਣਾਏ ਹੋਏ ਸਨ, ਉਹਨਾਂ ਦੇ ਵਿੱਚ ਜਿਹੜੀ ਫੌਜ ਸੀ ਉਹ ਤਬਦੀਲ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ 3 ਜੂਨ ਦਾ ਦਿਨ ਚੜ੍ਹਿਆ, ਅੰਮ੍ਰਿਤਸਰ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਬੇਸ਼ੱਕ ਕਿ ਸਵੇਰੇ ਕੁਝ ਸਮੇਂ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ। ਉਸ ਢਿੱਲ ਦੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਹੋਰ ਵੀ ਸੰਗਤਾਂ ਵਧੇਰੇ ਗਿਣਤੀ ਵਿੱਚ ਆ ਗਈਆਂ, ਕਿਉਂਕਿ ਕਿਸੇ ਨੂੰ ਵੀ ਖਦਸ਼ਾ ਨਹੀਂ ਸੀ ਕਿ ਭਾਰਤੀ ਹਕੂਮਤ ਦੇ ਵੱਲੋਂ ਇਸ ਤਰ੍ਹਾਂ ਦੀ ਘਿਨੌਣੀ ਕਾਰਵਾਈ ਕੀਤੀ ਜਾਵੇਗੀ। 3 ਜੂਨ 1984 ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਸੀ। ਉਸ ਕਰਕੇ ਵੀ ਇਸ ਪਾਵਨ ਸਥਾਨ ਦੇ ਉੱਪਰ ਸੰਗਤਾਂ ਦੀ ਆਮਦ ਬਹੁਤ ਸੀ। ਦੂਸਰਾ, ਧਰਮਯੁੱਧ ਮੋਰਚੇ ਦੇ ਵਿੱਚ ਗ੍ਰਿਫਤਾਰੀ ਦੇਣ ਦੇ ਵਾਸਤੇ ਪਿੰਡਾਂ ਦੇ ਵਿੱਚੋਂ ਜਥਿਆਂ ਦੇ ਰੂਪ ਵਿੱਚ ਲੋਕ ਆਏ ਹੋਏ ਸਨ। ਤੇ ਤੀਸਰਾ, ਧਰਮਯੁੱਧ ਮੋਰਚੇ ਦੇ ਪ੍ਰਬੰਧਕਾਂ ਦੇ ਵੱਲੋਂ 3 ਜੂਨ ਨੂੰ ਆਪਣਾ ਅਗਲਾ ਪਾਲਸੀ ਪ੍ਰੋਗਰਾਮ ਭਾਵ ਕਿ ਸਰਕਾਰ ਦੇ ਨਾਲ ਨਾ ਮਿਲਵਰਤਨ ਅੰਦੋਲਨ ਦਾ ਐਲਾਨ ਕਰਨਾ ਸੀ, ਜਿਸ ਕਰਕੇ ਸੰਗਤਾਂ ਦੀ ਗਿਣਤੀ ਹੋਰ ਵੀ ਜ਼ਿਆਦਾ ਸੀ। ਔਰ ਭਾਰਤੀ ਹਕੂਮਤ ਦੇ ਵੱਲੋਂ ਇਸ ਦਿਨ ਪਹਿਲਾਂ ਕਰਫਿਊ ਲਗਾ ਦਿੱਤਾ ਗਿਆ, ਫਿਰ ਸਵੇਰੇ 9 ਤੋਂ 11 ਵਜੇ ਤੱਕ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਅਤੇ ਉਸ ਤੋਂ ਬਾਅਦ ਫਿਰ ਕਰਫਿਊ ਲਗਾ ਦਿੱਤਾ ਗਿਆ। ਕਰਫਿਊ ਦੀ ਢਿੱਲ ਦੇ ਦੌਰਾਨ ਸੁਭਾਸ਼ ਕਿਰਪੇਕਰ ਨਾਂ ਦਾ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਦਾਖਲ ਹੋਇਆ। ਸਭ ਤੋਂ ਪਹਿਲਾਂ ਉਸ ਨੇ ਹਰਚੰਦ ਸਿੰਘ ਲੌਂਗੋਵਾਲ ਔਰ ਗੁਰਚਰਨ ਸਿੰਘ ਟੌਹੜਾ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਦੀ ਰਾਏ ਜਾਣਨ ਤੋਂ ਬਾਅਦ, ਕਿਉਂਕਿ 2 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਵੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਸੀ ਕਿ ਨੀਮ ਫੌਜੀ ਦਲਾਂ ਨੇ ਹਰਿਮੰਦਰ ਸਾਹਿਬ ਦੇ ਉੱਪਰ ਜਿਹੜਾ ਹਮਲਾ ਕੀਤਾ ਹੈ ਉਹ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਪਰ ਇੱਕ ਬਹੁਤ ਹੀ ਘਿਨਾਉਣਾ ਕਰਮ ਹੈ ਤੇ ਸਿੱਖਾਂ ਵੱਲੋਂ ਇਹਨਾਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਹਮਲਾ ਕਰਨ ਵਾਲੇ ਇਹਨਾਂ ਦੁਸ਼ਟਾਂ ਦਾ ਨਾਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਦੋਵੇਂ ਪੱਤਰਕਾਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਕੋਲ ਗਏ। ਉਸ ਵੇਲੇ ਕਮਰੇ ਦੇ ਵਿੱਚ ਸੰਤ ਜਰਨੈਲ ਸਿੰਘ ਤੋਂ ਇਲਾਵਾ ਭਾਈ ਰਿਸ਼ਪਾਲ ਸਿੰਘ PA, ਭਾਈ ਅਮਰੀਕ ਸਿੰਘ, ਹਰਮਿੰਦਰ ਸਿੰਘ ਸੰਧੂ, ਜਨਰਲ ਸ਼ਵੇਕ ਸਿੰਘ ਤੇ ਕੁਝ ਸੰਤ ਜਰਨੈਲ ਸਿੰਘ ਹੁਣਾਂ ਦੇ ਹੋਰ ਨੇੜਲੇ ਸਾਥੀ ਸਨ। ਸੰਤ ਜਰਨੈਲ ਸਿੰਘ ਹੁਣਾਂ ਦੇ ਨਾਲ ਜਿਹੜੀ ਸੁਭਾਸ਼ ਕਿਰਪੇਕਰ ਦੀ ਗੱਲਬਾਤ ਹੋਈ, ਉਹ ਬੇਸ਼ੱਕ ਬਹੁਤ ਵਿਸਥਾਰ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਮਿਲਦੀ ਹੈ,
पर एक गल बड़ी अहम सी कि संत जरनैल सिंह खालसा पिंडरां वालियां ने एक सवाल के जवाब दे विच सुभाष करपेकर नूं कहा कि कल तो फौज अपनी कार्रवाई शुरू कर देवेगी और हरमंदर साहब ही नहीं बल्कि ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਗੁਰਦੁਆਰਿਆਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਇੱਥੋਂ ਅਸੀਂ ਉਸ ਨੀਤੀਵਾਨ ਜਰਨੈਲ ਦੀ ਤੀਖਣ ਬੁੱਧੀ ਦਾ ਅੰਦਾਜ਼ਾ ਲਗਾ ਸਕਦੇ ਹਾਂ। ਇਹ ਸਾਰਾ ਘਟਨਾਕ੍ਰਮ ਹਰਮੰਦਰ ਸਾਹਿਬ ਦੇ ਅੰਦਰ ਵਾਪਰ ਰਿਹਾ ਸੀ। ਦੂਸਰੇ ਪਾਸੇ ਚੰਡੀ ਮੰਦਰ ਜਿਹੜਾ ਕਿ ਚੰਡੀਗੜ੍ਹ ਦੇ ਕੋਲ ਫੌਜ ਦਾ ਹੈੱਡਕੁਆਟਰ ਹੈ, ਉੱਥੇ ਕੁਲਦੀਪ ਬਰਾੜ ਪਹੁੰਚ ਚੁੱਕਿਆ ਸੀ। ਕੁਲਦੀਪ ਬਰਾੜ ਦੀ ਉੱਥੇ ਮੁਲਾਕਾਤ ਕੇ ਸੁੰਦਰ ਜੀ ਦੇ ਨਾਲ ਹੋਈ, ਜਿਹੜਾ ਪੱਛਮੀ ਕਮਾਂਡ ਦਾ ਮੁਖੀ ਸੀ, ਔਰ ਉੱਥੇ ਉਸ ਨੂੰ ਸਾਰੀ ਗੱਲ ਸਮਝਾਈ ਗਈ ਕਿ ਅਗਲੀ ਕਾਰਵਾਈ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ। ਇਹਨਾਂ ਹੁਕਮਾਂ ਨੂੰ ਲੈ ਕੇ ਕੁਲਦੀਪ ਬਰਾੜ ਅੰਮ੍ਰਿਤਸਰ ਪਹੁੰਚਿਆ ਔਰ ਅੰਮ੍ਰਿਤਸਰ ਦੀ ਇੱਕ ਫੌਜੀ ਡਿਵੀਜ਼ਨ ਦੇ ਵਿੱਚ ਇੱਕ ਹੈੱਡਕੁਆਟਰ ਸਥਾਪਿਤ ਕੀਤਾ ਗਿਆ। ਹਰਮੰਦਰ ਸਾਹਿਬ ਦਾ ਇੱਕ ਬਹੁਤ ਵੱਡਾ ਕੰਪਲੈਕਸ ਦਾ ਨਕਸ਼ਾ ਤਿਆਰ ਕਰਕੇ ਉਸ ਦੇ ਉੱਪਰ ਫੌਜੀ ਅਫਸਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਕਾਰਵਾਈ ਹੈ ਇਹ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਭਾਵ ਕਿ 1 ਜੂਨ ਨੂੰ ਜਿਹੜੀਆਂ ਤਿਆਰੀਆਂ ਫੌਜ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਇਸ ਦਾ ਭਲੀ ਭਾਂਤ ਪਤਾ ਸੀ। 3 ਜੂਨ ਦਾ ਇਹ ਦਿਹਾੜਾ ਜਿਸ ਵੇਲੇ ਪੱਤਰਕਾਰ ਸੰਤ ਜਰਨੈਲ ਸਿੰਘ ਹੁਣਾਂ ਦੇ ਕੋਲ ਬੈਠੇ ਸੀ ਤੇ ਉਹਨਾਂ ਦੇ ਕੋਲ ਜਨਰਲ ਸ਼ਬੇਕ ਸਿੰਘ ਵੀ ਬੈਠੇ ਸੀ, ਜਦੋਂ ਪੱਤਰਕਾਰਾਂ ਨੇ ਕੁਝ ਫੌਜੀ ਨੀਤੀ ਦੇ ਸਵਾਲ ਕੀਤੇ ਤੇ ਸੰਤ ਜਰਨੈਲ ਸਿੰਘ ਹੁਣਾਂ ਨੇ ਸ਼ਬੇਕ ਸਿੰਘ ਹੁਣਾਂ ਵੱਲ ਇਸ਼ਾਰਾ ਕੀਤਾ ਤੇ ਉਸ ਵੇਲੇ ਪੱਤਰਕਾਰ ਨੇ ਇੱਕ ਬੜਾ ਅਹਿਮ ਸਵਾਲ ਜਨਰਲ ਸ਼ਬੇਕ ਸਿੰਘ ਨੂੰ ਪੁੱਛਿਆ ਕਿ ਤੁਸੀਂ ਭਾਰਤੀ ਫੌਜ ਨੂੰ ਛੱਡ ਕੇ ਸਿੱਖ ਸਿਆਸਤ ਦੇ ਵਿੱਚ ਕਿਉਂ ਆਏ ਹੋ? ਤੇ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਹਾਜ਼ਰ ਜਵਾਬੀ ਦੇ ਨਾਲ ਇਹ ਕਿਹਾ ਕਿ ਜੇਕਰ ਜਨਰਲ ਸਪੈਰੋ ਸੇਵਾ ਮੁਕਤ ਹੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਜਾ ਸਕਦਾ ਹੈ ਤੇ ਕੀ ਮੈਂ ਸਿੱਖ ਸਿਆਸਤ ਦੇ ਵਿੱਚ ਨਹੀਂ ਆ ਸਕਦਾ? ਜਦੋਂ ਉਹਨਾਂ ਨੇ ਅਗਲੇਰੇ ਪ੍ਰੋਗਰਾਮ ਦੇ ਬਾਰੇ ਪੁੱਛਿਆ ਤਾਂ ਜਨਰਲ ਸ਼ਬੇਕ ਸਿੰਘ ਨੇ ਇਹ ਜਵਾਬ ਦਿੱਤਾ ਕਿ ਪਹਿਲਾਂ ਮੈਂ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ, ਆਪਣਾ ਆਪਾ ਸਮਰਪਿਤ ਕੀਤਾ ਤੇ ਹੁਣ ਕੌਮ ਦੇ ਵਾਸਤੇ ਮੈਂ ਆਪਣਾ ਆਪਾ ਨਿਸ਼ਾਵਰ ਕਰ ਦੇਵਾਂਗਾ। ਇਹ ਗੱਲ ਜ਼ਿਕਰਯੋਗ ਹੈ ਕਿ ਜਨਰਲ ਸ਼ਬੇਕ ਸਿੰਘ ਦਾ ਜੇਕਰ ਅਸੀਂ ਪਰਿਵਾਰਕ ਪਿਛੋਕੜ ਵੇਖੀਏ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਇੱਕ ਬਾਬਾ ਹਰਦਿਆਲ ਜੀ ਹੋਏ ਨੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ ਤੇ ਉਹਨਾਂ ਦਾ ਨਾਮ ਹਰਦਿਆਲ ਸਿੰਘ ਇਤਿਹਾਸ ਦੇ ਵਿੱਚ ਮਿਲਦਾ ਹੈ। ਉਹਨਾਂ ਦਾ ਪੁੱਤਰ ਸਰਦਾਰ ਹਰਾ ਸਿੰਘ ਤੇ ਸਰਦਾਰ ਹਰਾ ਸਿੰਘ ਦੇ 2 ਪੁੱਤਰ ਸਨ, ਸਰਦਾਰ ਜਗਤ ਸਿੰਘ ਔਰ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ। ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਉਹੀ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਗੜ ਦਾ ਸਿਰ ਆਪਣੇ ਸਾਥੀ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਨਾਲ ਵੱਢ ਕੇ ਨੇਜੇ ਦੇ ਉੱਪਰ ਟੰਗ ਕੇ ਬੀਕਾਨੇਰ ਲੈ ਕੇ ਗਏ ਸਨ। ਮਹਿਤਾਬ ਸਿੰਘ ਮੀਰਾਂਕੋਟ ਦਾ ਬੇਟਾ ਰਾਏ ਸਿੰਘ ਸੀ ਔਰ ਰਾਏ ਸਿੰਘ ਦਾ ਬੇਟਾ ਸਰਦਾਰ ਰਤਨ ਸਿੰਘ ਭੰਗੂ। ਪਰਿਵਾਰਕ ਕੁਰਸੀਨਾਮੇ ਦੇ ਵਿੱਚ ਹੋਰ ਵੀ ਭਰਾ ਨੇ ਪਰ ਅਸੀਂ ਇੱਥੋਂ ਤੱਕ ਹੀ ਸੀਮਿਤ ਰਵਾਂਗੇ। ਸਰਦਾਰ ਰਤਨ ਸਿੰਘ ਭੰਗੂ ਦੇ 2 ਬੇਟੇ ਸਨ, ਸਰਦਾਰ ਗੁਰਮੁਖ ਸਿੰਘ ਔਰ ਸਰਦਾਰ ਸਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਦੇ ਅੱਗੋਂ ਫਿਰ 2 ਬੇਟੇ ਸਨ, ਸਰਦਾਰ ਲਾਲ ਸਿੰਘ ਤੇ ਸਰਦਾਰ ਨੰਦ ਸਿੰਘ। ਤੇ ਸਰਦਾਰ ਨੰਦ ਸਿੰਘ ਦਾ ਜਿਹੜਾ ਪਰਿਵਾਰ ਸੀ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲੇ ਵਿਖੇ ਆ ਕੇ ਵਸਿਆ, ਇਸ ਕਰਕੇ ਇਸ ਪਿੰਡ ਨੂੰ ਖਿਆਲਾ ਨੰਦ ਸਿੰਘ ਵਾਲਾ ਵੀ ਕਿਹਾ ਜਾਂਦਾ ਸੀ। ਉਹਨਾਂ ਦੇ ਅੱਗੋਂ 4 ਬੇਟੇ ਸਨ ਜਿਨ੍ਹਾਂ ਦੇ ਵਿੱਚੋਂ ਸਰਦਾਰ ਭਗਵਾਨ ਸਿੰਘ ਸਨ ਤੇ ਸਰਦਾਰ ਭਗਵਾਨ ਸਿੰਘ ਦੇ ਅੱਗੋਂ 4 ਬੱਚੇ ਨੇ, 3 ਬੇਟੇ ਔਰ 1 ਬੇਟੀ, ਔਰ ਇਹਨਾਂ ਦੇ ਵਿੱਚੋਂ ਸਭ ਤੋਂ ਵੱਡੇ ਜਨਰਲ ਸ਼ਬੇਕ ਸਿੰਘ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਨਰਲ ਸ਼ਬੇਕ ਸਿੰਘ ਦਾ ਸਬੰਧ ਜਿਹੜਾ ਹੈ ਉਸ ਪਰਿਵਾਰ ਦੇ ਨਾਲ ਸੀ ਜਿਸ ਪਰਿਵਾਰ ਨੇ 18ਵੀਂ ਸਦੀ ਦੇ ਵਿੱਚ ਹਰਮੰਦਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸੀ। ਜਿੱਥੋਂ ਤੱਕ ਕੁਲਦੀਪ ਬਰਾੜ ਦਾ ਸੰਬੰਧ ਹੈ, ਉਹ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਖੁਦ ਮੰਨਦਾ ਹੈ ਕਿ ਜਿਸ ਵੇਲੇ 1950 ਦੇ ਵਿੱਚ
मैं मिलिट्री अकैडमी ਦੇ ਵਿੱਚ ਵਿਦਿਆਰਥੀ ਸੀ, ਉਸ ਵੇਲੇ ਸ਼ਬੇਕ ਸਿੰਘ ਮੇਰਾ ਉਸਤਾਦ ਸੀ। ਉਸ ਤੋਂ ਬਾਅਦ ਜਦੋਂ ਸ਼ਬੇਕ ਸਿੰਘ ਹੁਣਾਂ ਨੇ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ, ਕਹਿ ਸਕਦੇ ਹਾਂ ਕਿ ਜਿਹੜੀ ਮੁਕਤੀਬਾਨੀ ਫੌਜ ਤਿਆਰ ਕੀਤੀ ਗਈ ਔਰ ਜਿਸ ਮੁਕਤੀਬਾਨੀ ਫੌਜ ਦੇ ਅਹਿਮ ਕਾਰਜਾਂ ਦੇ ਸਦਕਾ ਪਾਕਿਸਤਾਨ ਦੀ ਫੌਜ ਨੇ ਸਭ ਤੋਂ ਵੱਡਾ ਆਤਮ ਸਮਰਪਣ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਕੀਤਾ, ਉਸ ਦੇ ਪਿੱਛੇ ਸਰਦਾਰ ਸ਼ਬੇਕ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ। ਤੇ ਇਸ ਹੀ ਸਮੇਂ ਦੇ ਵਿੱਚ ਜਿਹੜਾ ਕੁਲਦੀਪ ਬਰਾੜ ਹੈ ਉਹ ਵੀ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਸੀ ਤੇ ਸਰਦਾਰ ਸ਼ਬੇਕ ਸਿੰਘ ਵੀ ਕੁਲਦੀਪ ਸਿੰਘ ਅਰੋੜਾ ਦੀ ਅਗਵਾਈ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਸਨ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕੁਲਦੀਪ ਬਰਾੜ ਨੇ ਖੁਦ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸ਼ਬੇਕ ਸਿੰਘ ਮੇਰਾ ਦੂਨ ਅਕੈਡਮੀ ਦੇ ਵਿੱਚ ਉਸਤਾਦ ਸੀ ਤੇ ਉਸ ਤੋਂ ਬਾਅਦ ਉਸ ਦੀ ਮੁਲਾਕਾਤ ਬੰਗਲਾਦੇਸ਼ ਦੇ ਵਿੱਚ ਹੋਈ ਤੇ ਤੀਜੀ ਮੁਲਾਕਾਤ ਹੁਣ ਇਸ ਹਿੰਦ ਪੰਜਾਬ ਦੇ ਜੰਗ ਦੇ ਵਿੱਚ ਹੋਣੀ ਸੀ। ਕੁਲਦੀਪ ਬਰਾੜ ਜਦੋਂ ਅੰਮ੍ਰਿਤਸਰ ਪਹੁੰਚਿਆ ਤਾਂ ਇਸ ਨੇ ਹਰਮੰਦਰ ਸਾਹਿਬ ਕੰਪਲੈਕਸ ਦੇ ਨਕਸ਼ੇ ਦੇ ਉੱਪਰ ਜਦੋਂ ਸਾਰਾ ਖਾਕਾ ਤਿਆਰ ਕਰਕੇ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦੇ ਨਾਲ ਸਾਂਝਾ ਕੀਤਾ ਤਾਂ ਉਸ ਵੇਲੇ ਇਸ ਨੇ ਕਿਹਾ ਕਿ ਜਦੋਂ ਫੌਜਾਂ ਹਮਲਾ ਕਰਦੀਆਂ ਨੇ ਜਾਂ ਫਿਰ ਅਸੀਂ ਕਾਰਵਾਈ ਕਰਾਂਗੇ ਤਾਂ ਉਸ ਵੇਲੇ ਭਿੰਡਰਾਂਵਾਲਾ ਆਪਣੇ ਆਪ ਹੀ ਹੱਥ ਖੜੇ ਕਰਕੇ ਬਾਹਰ ਆ ਜਾਵੇਗਾ। ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਦੇ ਵਿੱਚ ਬੈਠੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਬਰਾੜ ਨੇ ਕਿਹਾ, ਇਹ ਤੁਹਾਡੀ ਬੜੀ ਵੱਡੀ ਭੁੱਲ ਹੈ, ਉਹ ਕਦੀ ਵੀ ਗੋਡੇ ਨਹੀਂ ਟੇਕੇਗਾ, ਉਹ ਕਦੀ ਵੀ ਆਤਮ ਸਮਰਪਣ ਨਹੀਂ ਕਰੇਗਾ। ਹੀ ਵਿਲ ਨਾਟ ਗਿਵ ਅਪ। ਖੈਰ 3 ਜੂਨ ਨੂੰ ਇਹ ਸਾਰਾ ਘਟਨਾਕ੍ਰਮ ਜਿਹੜਾ ਸੀ ਫੌਜੀ ਹੈੱਡਕੁਆਰਟਰ ਦੇ ਵਿੱਚ ਵਾਪਰ ਰਿਹਾ ਸੀ ਤੇ 3 ਜੂਨ ਨੂੰ ਕੁਲਦੀਪ ਬਰਾੜ ਨੇ BSF ਦੇ DIG ਸਰਦਾਰ ਗੁਰਦਿਆਲ ਸਿੰਘ ਪੰਧੇਰ ਨੂੰ ਕਿਹਾ ਕਿ ਤੁਸੀਂ BSF ਨੂੰ ਕਹੋ ਕਿ ਉਹ ਹਰਮੰਦਰ ਸਾਹਿਬ ਦੇ ਉੱਪਰ ਜਿਹੜੇ ਖਾੜਕੂਆਂ ਦੇ ਮੋਰਚੇ ਨੇ ਉਹਨਾਂ ਦੇ ਉੱਪਰ ਕਾਰਵਾਈ ਕਰਨ, ਭਾਵ ਕਿ ਗੋਲਾਬਾਰੀ ਕਰਨ, ਜਿਸ ਤੋਂ ਸਰਦਾਰ ਪੰਧੇਰ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਤੱਕ ਮੈਨੂੰ ਲਿਖਤੀ ਆਰਡਰ ਨਹੀਂ ਮਿਲਦੇ ਉਹਨਾਂ ਚਿਰ ਤੱਕ ਮੈਂ ਇਹ ਕਾਰਵਾਈ ਨਹੀਂ ਕਰ ਸਕਦਾ, ਭਾਵੇਂ ਕਿ ਇਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀ ਆਪਣੇ ਮਹਿਕਮੇ ਦੀ ਤਫਤੀਸ਼ ਦਾ ਸਾਹਮਣਾ ਵੀ ਕਰਨਾ ਪਿਆ। ਖੈਰ ਇਹ ਇੱਕ ਵੱਖਰਾ ਵਿਸ਼ਾ ਹੈ। 3 ਜੂਨ ਨੂੰ ਜਿਹੜੀ 12 ਬਿਹਾਰ ਰੈਜੀਮੈਂਟ ਸੀ ਉਸ ਨੇ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਇਮਾਰਤਾਂ ਜਿਹੜੀਆਂ ਸੀ ਉਹਨਾਂ ਵਿੱਚ ਜਿਹੜੇ CRP ਨੇ ਮੋਰਚੇ ਬਣਾਏ ਸੀ ਉਹਨਾਂ ਨੂੰ ਸੰਭਾਲ ਲਿਆ। ਹਮਲੇ ਦੇ ਵਾਸਤੇ 10 ਗਾਰਡ, 26 ਮਦਰਾਸ, 12 ਬਿਹਾਰ ਔਰ 9 ਕੁਮਾਊਂ ਰੈਜੀਮੈਂਟ ਬਿਲਕੁਲ ਤਿਆਰ ਸੀ। 3 ਜੂਨ ਨੂੰ ਹੀ ਸਭ ਤੋਂ ਪਹਿਲਾਂ ਲੈਫਟੀਨੈਂਟ ਕਰਨਲ KS ਰੰਧਾਵਾ ਆਲੇ ਦੁਆਲੇ ਤੋਂ ਹਰਮੰਦਰ ਸਾਹਿਬ ਦੇ ਬਣਾਏ ਹੋਏ ਸਾਰੇ ਮੋਰਚਿਆਂ ਦੀ ਖੁਫੀਆ ਰਿਪੋਰਟ ਲੈ ਕੇ ਕੁਲਦੀਪ ਸਿੰਘ ਬਰਾੜ ਦੇ ਕੋਲ ਆਏ। ਉਸ ਤੋਂ ਬਾਅਦ ਕੈਪਟਨ ਜਸਬੀਰ ਸਿੰਘ ਰੈਣਾ ਇੱਕ ਸਿੱਖ ਸ਼ਰਧਾਲੂ ਦੇ ਭੇਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗਿਆ ਔਰ ਮੋਰਚਿਆਂ ਦੀ ਖੁਫੀਆ ਤੌਰ ਤੇ ਜਾਣਕਾਰੀ ਲਿਆ ਕੇ ਸਾਰੀ ਕੁਲਦੀਪ ਸਿੰਘ ਬਰਾੜ ਦੇ ਨਾਲ ਸਾਂਝੀ ਕੀਤੀ। ਸੋ ਇਹ ਸਾਰੀ ਜਾਣਕਾਰੀ ਜਿਹੜੀ ਸੀ ਇਹ ਹੈੱਡਕੁਆਰਟਰ ਦੇ ਵਿੱਚ ਪਹੁੰਚ ਰਹੀ ਸੀ ਔਰ ਇਸੇ ਹੈੱਡਕੁਆਰਟਰ ਦੇ ਵਿੱਚ 3 ਜੂਨ ਨੂੰ ਪੱਛਮੀ ਕਮਾਂਡ ਦੇ ਮੁਖੀ K ਸੁੰਦਰ ਜੀ ਔਰ ਗਵਰਨਰ ਦੇ ਨਿਯੁਕਤ ਕੀਤੇ ਗਏ ਸਲਾਹਕਾਰ ਰਣਜੀਤ ਸਿੰਘ ਦਿਆਲ ਵੀ ਉੱਥੇ ਆ ਗਏ ਔਰ 3 ਜੂਨ ਨੂੰ ਇਹ ਸਾਰੀਆਂ ਫੌਜੀ ਤਿਆਰੀਆਂ ਜਿਹੜੀਆਂ ਸੀ ਇਹ ਮੁਕੰਮਲ ਕਰ ਲਈਆਂ ਗਈਆਂ। ਦੂਸਰੇ ਪਾਸੇ ਅੰਦਰ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਵੀ ਆਪਣੀ ਵਿਉਂਤਬੰਦੀ ਔਰ ਯੁੱਧ ਨੀਤੀ ਦੇ ਅਨੁਸਾਰ ਸਾਰੇ ਮੋਰਚਿਆਂ ਨੂੰ ਪੱਕਾ ਕਰ ਲਿਆ। ਸੁਭਾਸ਼ ਕਰਪੇਕਰ ਖੁਦ ਦੱਸਦਾ ਹੈ ਕਿ ਜਨਰਲ ਸ਼ਬੇਕ ਸਿੰਘ ਆਪਣੇ ਹੱਥ ਵਿੱਚ ਦੂਰਬੀਨ ਲੈ ਕੇ ਵੱਖ-ਵੱਖ ਮੋਰਚਿਆਂ ਦੇ ਵਿੱਚ ਜਾ ਕੇ ਫੌਜ ਦੀਆਂ ਸਰਗਰਮੀਆਂ ਦੇ ਉੱਪਰ ਨਜ਼ਰ ਰੱਖ ਰਹੇ ਸਨ। ਸੋ ਇਸ ਤਰ੍ਹਾਂ ਦੇ ਨਾਲ 3 ਜੂਨ ਦੀ ਜਿਹੜੀ ਸੀ ਉਹ ਰਾਤ ਪੈ ਗਈ।